ਹਾਂਜੀ, ਗੁੱਡ ਮੋਰਨਿੰਗ ਆਲ ਆਫ ਯੂ। ਅੱਜ ਅਸੀਂ +2 ਦੇ ਟੌਪਿਕ ਪੈਕੇਜ ਦੇ ਹਿੱਸੇ ਉਹਨਾਂ ਬਾਰੇ ਗੱਲ ਕਰਾਂਗੇ। ਕਿਸੇ ਪੈਕੇਜ ਟੂਰ ਦੇ ਤੱਤ ਯਾਤਰਾ ਮਾਰਕੀਟ ਵਿੱਚ ਪੈਕੇਜ ਟੂਰ ਦੀ ਵਿਕਰੀ ਨੂੰ ਨਿਰਧਾਰਤ ਕਰਦੇ ਹਨ। ਟੂਰ ਵਿੱਚ ਉਹ ਸੇਵਾਵਾਂ ਸ਼ਾਮਲ ਹੁੰਦੀਆਂ ਹਨ ਜੋ ਕਿ ਸੰਬੰਧਿਤ ਅਤੇ ਪੂਰਕ ਸੇਵਾਵਾਂ ਦੀ ਕੁੱਲ ਕੀਮਤ ਦੇ ਬਰਾਬਰ ਹੁੰਦੀਆਂ ਹਨ। ਟੂਰ ਸੰਚਾਲਕ ਏਅਰਲਾਈਨਾਂ, ਹੋਟਲਾਂ, ਸਮੁੰਦਰੀ ਜਹਾਜ਼ਾਂ, ਰੇਲਵੇ, ਮੈਦਾਨੀ ਆਵਾਜਾਈ ਅਤੇ ਗਤੀਵਿਧੀ ਦੀ ਯੋਜਨਾ ਬਣਾਉਣ ਵਾਲੇ ਇਵੈਂਟ ਪਲੈਨਰ ਦੀਆਂ ਸੇਵਾਵਾਂ ਲੈਂਦੇ ਹਨ। ਦੇਖੋ, ਪੈਕੇਜ ਟੂਰ ਨੂੰ ਵਧੇਰੇ ਆਕਰਸ਼ਣ ਅਤੇ ਖਿੱਚ ਭਰਿਆ ਬਣਾਉਣ ਲਈ ਟੂਰ ਥੋਕ ਵਿਕਰੇਤਾ ਗਾਹਕਾਂ ਦੀ ਖਰੀਦਣ ਸਮਰੱਥਾ ਅਤੇ ਪੈਕੇਜ ਟੂਰ ਦੇ ਹਿੱਸਿਆਂ ਦੀ ਕੀਮਤ ਦਾ ਨਿਰੀਖਣ ਕਰਦੇ ਹਨ ਅਤੇ ਅੰਤ ਵਿੱਚ ਮੁਨਾਫੇ ਦੀ ਯਾਤਰਾ ਮਤਲਬ ਪ੍ਰੋਫਿਟ ਮਾਰਜਨ ਨੂੰ ਜੋੜ ਕੇ ਪੈਕੇਜ ਟੂਰ ਦੀ ਅੰਤਿਮ ਕੀਮਤ ਨਿਸ਼ਚਿਤ ਕਰਦੇ ਹਨ। ਆਮ ਤੌਰ 'ਤੇ ਟੂਰ ਦੇ ਪੈਕੇਜਾਂ ਦਾ ਨਿਰਧਾਰਨ ਮਾਰਕੀਟ ਦੀ ਮੰਗ ਅਤੇ ਰੁਝਾਨਾਂ ਅਨੁਸਾਰ ਹੁੰਦਾ ਹੈ ਅਤੇ ਟੂਰ ਕੰਪਨੀਆਂ ਇਹ ਕੋਸ਼ਿਸ਼ ਕਰਦੀਆਂ ਹਨ ਕਿ ਤੇਜ਼ ਤਰਾਰ ਗੱਲਬਾਤ ਰਾਹੀਂ ਸੇਵਾਵਾਂ ਨੂੰ ਖਰੀਦਣ ਦੀ ਕੀਮਤ ਘਟਾਈ ਜਾਵੇ ਅਤੇ ਟੂਰ ਪੈਕੇਜਾਂ ਦਾ ਸਹੀ ਸਮਾਂ ਰੱਖਿਆ ਜਾਵੇ ਤਾਂ ਜੋ ਕੀਮਤ ਸੰਬੰਧੀ ਟੈਗ ਵਿੱਚ ਲਚਕੀਲਾਪਣ ਰਹੇ। ਟੂਰ ਸੰਚਾਲਕ ਸੈਲਾਨੀਆਂ ਦੇ ਅਨੁਭਵਾਂ ਜਾਂ ਤਜਰਬਿਆਂ ਨੂੰ ਹੋਰ ਅਮੀਰ ਬਣਾਉਣ ਲਈ ਸੇਵਾਵਾਂ ਦੇ ਵੱਖ-ਵੱਖ ਹਿੱਸਿਆਂ ਨੂੰ ਇਕੱਠਿਆਂ ਕਰਦੇ ਹਨ। ਪੈਕੇਜ ਟੂਰਾਂ ਵਿੱਚ ਸੇਵਾਵਾਂ ਦੇ ਹੇਠ ਲਿਖੇ ਹਿੱਸੇ ਦਾ ਭੁਗਤਾਨ ਸਮਿਲਿਤ ਰੂਪ ਵਿੱਚ ਕੀਤਾ ਜਾਂਦਾ ਹੈ। ਇਹਨਾਂ ਪੈਕੇਜ ਟੂਰਾਂ ਦੇ ਹੇਠ ਲਿਖੇ ਤੱਤ ਹੁੰਦੇ ਹਨ। ਹਾਂਜੀ, ਅੱਗੇ ਆ ਜਾਂਦਾ ਹੈ ਰਹਿਣ ਜਾਂ ਠਹਿਰਨ ਦੀ ਸੁਵਿਧਾ ਮਤਲਬ ਅਕੋਮੋਡੇਸ਼ਨ। ਠਹਿਰਨ ਦੀ ਸੁਵਿਧਾ ਪੈਕੇਜ ਟੂਰ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਹੈ ਅਤੇ ਇਹ ਪੈਕੇਜ ਦੀ ਲਗਭਗ 1/3 ਕੀਮਤ ਹੁੰਦੀ ਹੈ। ਠਹਿਰਨ ਦੀਆਂ ਮੁੱਢਲੀਆਂ ਅਤੇ ਅਨੁਪੂਰਕ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਈ ਸਾਧਨ ਉਪਲਬਧ ਹਨ। ਹੋਟਲ, ਵਪਾਰਿਕ ਹੋਟਲ, ਰਿਜ਼ੋਰਟ ਅਤੇ ਅੰਤਰਰਾਸ਼ਟਰੀ ਹੋਟਲ ਰਵਾਇਤੀ ਤੌਰ 'ਤੇ ਠਹਿਰਨ ਦੀ ਸੁਵਿਧਾ ਦੇ ਸੰਚਾਲਕ ਹੁੰਦੇ ਹਨ ਜੋ ਕਿ ਕਮਰੇ ਦੇ ਨਾਲ-ਨਾਲ ਸੈਲਾਨੀਆਂ ਨੂੰ ਭੋਜਨ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ। ਅਨੁਪੂਰਕ ਠਹਿਰਨ ਦੀ ਸੁਵਿਧਾ ਦੀ ਸੇਵਾ ਪ੍ਰਦਾਨ ਕਰਨ ਵਾਲਿਆਂ ਵਿੱਚ ਸ਼ਾਮਲ ਹਨ ਲਾਜ਼ੀਜ਼ ਘਰ, ਮਹਿਮਾਨ ਘਰ, ਗੈਸਟ ਹਾਊਸ, ਕੋਠੀਆਂ, ਬੰਗਲਾਜ਼, ਸੇਵਾਵਾਂ ਹਿੱਤ ਰਿਹਾਇਸ਼ੀ ਮਕਾਨ ਮਤਲਬ ਸਰਵਿਸ ਅਪਾਰਟਮੈਂਟ ਆਦਿ। ਪੈਕੇਜ ਟੂਰਾਂ ਦੀ ਕੀਮਤ ਅਤੇ ਗਾਹਕਾਂ ਦੀ ਖਰਚਾ ਸਹਿਣ ਦੀ ਸਮਰੱਥਾ ਉੱਤੇ ਨਿਰਭਰ ਕਰਦਿਆਂ ਟੂਰ ਸੰਚਾਲਕ ਦੋਹਾਂ ਸ਼੍ਰੇਣੀਆਂ ਦੀਆਂ ਸੇਵਾਵਾਂ ਨੂੰ ਸ਼ਾਮਿਲ ਕਰਦੇ ਹਨ। ਹਾਂਜੀ, ਫਿਰ ਅੱਗੇ ਆ ਜਾਂਦਾ ਹੈ ਦ੍ਰਿਸ਼ ਦੇਖਣ ਸੰਬੰਧੀ ਟੂਰ ਮਤਲਬ ਸਾਈਟ ਸੀਇੰਗ ਟੂਰ। ਦ੍ਰਿਸ਼ ਦੇਖਣਾ ਜਾਂ ਸਾਈਟ ਸੀਇੰਗ ਕਿਸੇ ਪੈਕੇਜ ਟੂਰ ਦੇ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਇਹ ਕਿਸੇ ਪੈਕੇਜ ਟੂਰ ਦਾ ਅਨਿੱਖੜਵਾਂ ਹਿੱਸਾ ਹੁੰਦਾ ਹੈ ਕਿਉਂਕਿ ਇਹ ਸ਼ਹਿਰਾਂ ਵਿੱਚ ਸੈਲਾਨੀਆਂ ਦੇ ਪਸੰਦੀਦਾ ਸਥਾਨਾਂ ਉੱਤੇ ਟੂਰਾਂ ਦੇ ਆਯੋਜਨ ਦੀ ਪੇਸ਼ਕਸ਼ ਕਰਦਾ ਹੈ। ਟੂਰ ਸੰਚਾਲਕ ਦ੍ਰਿਸ਼ ਦੇਖਣ ਜਾਂ ਘੁੰਮਣ ਫਿਰਨ ਦੇ ਟੂਰਾਂ ਵਿੱਚ ਵਧੇਰੇ ਸਰਗਰਮੀਆਂ ਦਾ ਪ੍ਰਬੰਧ ਕਰਦੇ ਹਨ। ਦ੍ਰਿਸ਼ ਦੇਖਣ ਦੇ ਆਯੋਜਿਤ ਕੀਤੇ ਗਏ ਟੂਰ ਦੇ ਹਰੇਕ ਮੈਂਬਰ ਤੋਂ ਬਿੱਲ ਦੀ ਵਸੂਲੀ ਇਸ ਢੰਗ ਨਾਲ ਕੀਤੀ ਜਾਂਦੀ ਹੈ ਕਿ ਕਾਰਾਂ ਅਤੇ ਕੋਚ ਸੇਵਾਵਾਂ ਦੀ ਕੀਮਤ ਉਹਨਾਂ ਵਿੱਚ ਬਰਾਬਰ ਵੰਡੀ ਜਾਵੇ। ਹਾਂਜੀ, ਫਿਰ ਅੱਗੇ ਆ ਜਾਂਦਾ ਹੈ ਏਅਰਲਾਈਨਾਂ ਮਤਲਬ ਏਅਰਲਾਈਨਸ। ਪੈਕੇਜ ਟੂਰ ਪ੍ਰਸੰਗ ਵਿੱਚ ਹਵਾਈ ਯਾਤਰਾ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਹੈ। ਮਤਲਬ ਪੈਕੇਜ ਟੂਰ ਦੇ ਵਿੱਚ ਜਿਹੜੀ ਪ੍ਰਸੰਗ ਦੇ ਵਿੱਚ ਦੇਖਿਆ ਜਾਵੇ, ਵਿਸਥਾਰ ਦੇ ਵਿੱਚ ਦੇਖਿਆ ਜਾਵੇ ਤਾਂ ਹਵਾਈ ਜੋ ਯਾਤਰਾ ਹੈ ਉਹ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਹੈ ਟੂਰ ਪੈਕੇਜਾਂ ਦਾ। ਇਸ ਵਿੱਚ ਸ਼ਾਮਲ ਹਨ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣ ਦੀਆਂ ਟਿਕਟਾਂ ਅਤੇ ਜਹਾਜ਼ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ। ਟੂਰ ਸੰਚਾਲਕ ਗਾਹਕਾਂ ਦੇ ਵੱਖ-ਵੱਖ ਵਰਗਾਂ ਨੂੰ ਲੋੜ ਅਨੁਸਾਰ ਸੇਵਾਵਾਂ ਪ੍ਰਦਾਨ ਕਰਨ ਹਿੱਤ ਪੈਕੇਜ ਟੂਰ ਵਿੱਚ ਪਹਿਲੀ ਸ਼੍ਰੇਣੀ, ਵਪਾਰਕ ਸ਼੍ਰੇਣੀ, ਇਕਨਾਮੀ ਸ਼੍ਰੇਣੀ, ਘੁੰਮਣ ਫਿਰਨ ਦਾ ਕਿਰਾਇਆ ਸ਼ਾਮਲ ਕਰ ਸਕਦੇ ਹਨ। ਮਤਲਬ ਇਸ ਦੇ ਵਿੱਚ ਜੋ ਟੂਰ ਪੈਕੇਜ ਦੇ ਵਿੱਚ ਕੀ ਹੁੰਦਾ ਕਿ ਮਤਲਬ ਟੂਰ ਸੰਚਾਲਕ ਨੇ ਜੋ
ਉਸ ਦੇ ਵਿੱਚ ਟੂਰ ਪੈਕੇਜਾਂ ਦੀ ਜਿਹੜੀ ਪਹਿਲੀ ਸ਼੍ਰੇਣੀ ਦੇ ਵਿੱਚ ਵਪਾਰਕ ਸ਼੍ਰੇਣੀ, ਇਕਨੋਮੀ ਅਤੇ ਘੁੰਮਣ ਫਿਰਨ ਦਾ ਕਿਰਾਇਆ, ਮਤਲਬ ਹਰ ਇੱਕ ਚੀਜ਼ ਉਹ ਇੱਕ ਪੈਕੇਜ ਦੇ ਵਿੱਚ, ਸਹੂਲਤ ਆ ਜਿਹੜੀ ਉਹ ਇੱਕ ਪੈਕੇਜ ਦੇ ਵਿੱਚ ਰੱਖ ਦਿੰਦੇ ਹਨ। ਮਤਲਬ ਕਿਸੇ ਵੀ ਚੀਜ਼ ਦਾ ਜੋ ਵੀ ਖਰਚਾ ਹੁੰਦਾ ਉਹ ਅਲੱਗ-ਅਲੱਗ ਨਹੀਂ, ਮਤਲਬ ਇੱਕ ਪੈਕੇਜ ਦੇ ਵਿੱਚ ਨਿਰਧਾਰਿਤ ਕਰ ਦਿੰਦੇ ਹਨ। ਫਿਰ ਅੱਗੇ ਆ ਜਾਂਦਾ ਰੇਲਵੇਜ਼। ਘਰੇਲੂ ਖੇਤਰ ਵਿੱਚ ਟੂਰ ਸੰਚਾਲਕ ਰੇਲ ਗੱਡੀ ਯਾਤਰਾ ਅਤੇ ਰੇਲ ਗੱਡੀ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਹੋਰ ਸੇਵਾਵਾਂ ਸ਼ਾਮਲ ਕਰਦੇ ਹਨ। ਮਤਲਬ ਘਰੇਲੂ ਖੇਤਰ ਵਿੱਚ ਟੂਰ ਸੰਚਾਲਕ ਰੇਲ ਗੱਡੀ ਯਾਤਰਾ ਅਤੇ ਰੇਲ ਗੱਡੀ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਸ਼ਾਮਲ ਕਰਦੇ ਹਨ। ਮਤਲਬ ਟੂਰ ਸੰਚਾਲਕ ਜੋ ਹਨ ਉਹ ਰੇਲ ਗੱਡੀ ਦੇ ਵਿੱਚ ਜਾਂ ਮਤਲਬ ਕਿਸੇ ਵੀ ਤਰ੍ਹਾਂ ਦੀਆਂ ਜੋ ਹੋਰ ਸਹੂਲਤਾਂ ਹੁੰਦੀਆਂ, ਜੋ ਸੈਲਾਨੀਆਂ ਨੂੰ ਜੋ ਸਫ਼ਰ ਕਰ ਰਹੇ ਹਨ, ਜੋ ਮਤਲਬ ਕੁਛ ਵੀ ਕਰ ਰਹੇ ਹਨ, ਜਾ ਰਹੇ ਹਨ ਕਿਤੇ ਕਿਸੇ ਪਸੰਦੀਦਾ ਜਗ੍ਹਾ 'ਤੇ ਜਾ ਰਹੇ ਹਨ ਕੋਈ ਟੂਰ, ਤਾਂ ਉਸਦੇ ਵਿੱਚ ਜੋ ਉਹਨਾਂ ਨੂੰ ਸੰਚਾਲਕ ਹੁੰਦੇ ਹਨ ਉਹ ਸੋਚਦੇ ਹਨ ਕਿ ਇਹਨਾਂ ਨੂੰ ਹੋਰ ਵੱਧ ਤੋਂ ਵੱਧ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਣ। ਇਸ ਚੀਜ਼ ਦਾ ਉਹ ਖਾਸ ਕਰ ਖਿਆਲ ਰੱਖਦੇ ਹਨ। ਇਹ ਵੱਖ-ਵੱਖ ਅਜਿਹੀਆਂ ਮੰਜ਼ਿਲਾਂ ਉੱਤੇ ਪਹੁੰਚਣ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। ਮਤਲਬ ਜੋ ਵੱਖ-ਵੱਖ ਮੰਜ਼ਿਲਾਂ ਹੁੰਦੀਆਂ ਨੇ ਉਹਨਾਂ 'ਤੇ ਪਹੁੰਚਣ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਨ ਮਾਧਿਅਮ ਹੈ, ਜਿੱਥੇ ਕਿ ਆਮ ਰਸਤਿਆਂ ਰਾਹੀਂ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਬਿਲਕੁਲ, ਕਿਉਂਕਿ ਕਈ ਦੇਸ਼ਾਂ ਵਿੱਚ ਹਵਾਈ ਸੰਪਰਕ ਸੀਮਤ ਹੁੰਦਾ ਹੈ। ਉਦਾਹਰਨ ਲਈ ਇੰਡਰੇਲ ਪਾਸ, ਯੂਰੇਲ ਪਾਸ, ਬ੍ਰਾਈਟਲ ਪਾਸ ਅਤੇ AMT ARK ਦੀ ਬੁਕਿੰਗ ਪਹਿਲਾਂ ਤੋਂ ਹੀ ਐਡਵਾਂਸ ਵਿੱਚ ਕੀਤੀ ਜਾਂਦੀ ਹੈ, ਯਾਤਰੀਆਂ ਨੂੰ ਬਦਲਵੇਂ ਪ੍ਰਬੰਧ ਵਜੋਂ ਅਤੇ ਸਭ ਤੋਂ ਤੇਜ਼ ਆਵਾਜਾਈ ਮਾਧਿਅਮ ਅਤੇ ਵੱਖ-ਵੱਖ ਜਾਂ ਤਜਰਬੇ ਪ੍ਰਦਾਨ ਕੀਤੇ ਜਾ ਸਕਣ। ਹਾਂਜੀ, ਫਿਰ ਅੱਗੇ ਆ ਜਾਂਦਾ ਹੈ ਕਾਰ ਕਿਰਾਇਆ ਸੁਵਿਧਾ। ਮਤਲਬ ਕਾਰ ਰੈਂਟਲ ਸਰਵਿਸ। ਕਾਰ ਕਿਰਾਇਆ ਮਹਿੰਗੀਆਂ ਸੇਵਾਵਾਂ ਭਰੀ ਕਾਰ ਕਿਰਾਇਆ, ਮਤਲਬ ਲਗਜ਼ਰੀ ਕਾਰ ਸਰਵਿਸ ਪੈਕੇਜ ਟੂਰ ਦਾ ਇੱਕ ਮਹੱਤਵਪੂਰਨ ਤੱਤ ਹੁੰਦਾ ਹੈ। ਮਤਲਬ ਦੇਖੋ, ਜਦੋਂ ਵੀ ਕੋਈ ਸੈਲਾਨੀ ਕਿਸੇ ਪ੍ਰੋਗਰਾਮ ਉੱਤੇ ਜਾਂਦਾ ਹੈ, ਮਤਲਬ ਕੋਈ ਆਪਣੀ ਫੈਮਿਲੀ ਨਾਲ ਕੋਈ ਟੂਰ ਦਾ ਕੋਈ ਪ੍ਰੋਗਰਾਮ ਬਣਾਉਂਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਆਪਣੀ ਸਹੂਲਤ ਦੇ ਲਈ ਵਧੀਆ ਲਗਜ਼ਰੀ ਕਾਰ ਦਾ, ਅਗਰ ਉਹ ਸੋਚਦਾ ਹੈ ਕਿ ਮੈਂ ਬਾਏ ਏਅਰ ਨਹੀਂ ਜਾਣਾ ਜਾਂ ਰੇਲ ਗੱਡੀ 'ਤੇ ਨਹੀਂ ਜਾਣਾ, ਤਾਂ ਉਹ ਸੋਚਦਾ ਹੈ ਕਿ ਅਸੀਂ ਬਾਏ ਕਾਰ ਜਾਣਾ ਹੈ, ਤਾਂ ਉਹ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੋ ਸੈਲਾਨੀ ਆ ਮਤਲਬ ਆਪਣੇ ਸਲਾਹਕਾਰ ਨੂੰ ਦੱਸੂਗਾ, ਜਿੱਥੋਂ ਮਤਲਬ ਵੀ ਉਹ ਪੈਕੇਜ ਟੂਰ ਦਾ ਪ੍ਰਬੰਧ ਕਰਵਾ ਰਿਹਾ, ਅਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਲਈ ਇੱਕ ਵਧੀਆ ਕਾਰ, ਲਗਜ਼ਰੀ ਕਾਰ ਦਾ ਇੰਤਜ਼ਾਮ ਕਰੇ, ਤਾਂ ਕਿ ਉਹਨਾਂ ਨੂੰ ਸਫ਼ਰ ਦੇ ਵਿੱਚ ਕਿਤੇ ਵੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸੋ ਤਾਂ ਕਰਕੇ ਇਹ ਵੀ ਇੱਕ ਪੈਕੇਜ ਟੂਰ ਦਾ ਇੱਕ ਬਹੁਤ ਜ਼ਿਆਦਾ ਮਹੱਤਵਪੂਰਨ ਹਿੱਸਾ ਹੁੰਦੀ ਹੈ, ਕਿਉਂਕਿ ਇਸ ਦੀ ਮੁੱਢਲੇ ਤੌਰ 'ਤੇ ਲੋੜ ਪਹੁੰਚਣ ਦੇ ਸਮੇਂ, ਰਵਾਨਗੀ ਵੇਲੇ ਅਤੇ ਦ੍ਰਿਸ਼ ਦੇਖਣ ਸੈਟਿਸਫੈਕਸ਼ਨ ਦੇ ਸਮੇਂ ਹੁੰਦੀ ਹੈ। ਮਹਿੰਗੀਆਂ ਸੁਵਿਧਾਵਾਂ ਵਾਲੀਆਂ ਕਾਰਾਂ ਦੀ ਇੱਕ ਵੱਡੀ ਸ਼੍ਰੇਣੀ ਨੂੰ ਦ੍ਰਿਸ਼ ਦੇਖਣ ਅਤੇ ਘੁੰਮਣ ਫਿਰਨ ਦੇ ਲਈ ਟੂਰਾਂ ਲਈ ਲੋੜ ਅਨੁਸਾਰ ਪਰਿਵਰਤਿਤ ਕੀਤਾ ਜਾਂਦਾ ਹੈ। ਕਿਰਾਇਆ ਕਾਰ ਸੇਵਾਵਾਂ ਦੇ ਸੁਖਾਵੇਂ ਸੰਚਾਲਨ ਲਈ ਇੱਕ ਹੀ ਦਰ ਨਾਲ ਸਾਲਾਨਾ ਠੇਕਾ ਕੀਤਾ ਜਾਂਦਾ ਹੈ। ਮਤਲਬ ਉਹ ਕੀ ਕਰਦੇ ਹਨ ਕਿ ਮਤਲਬ ਜਾਂ ਤਾਂ ਇਹ ਹੋ ਸਕਦਾ ਹੈ ਕਿ ਉਹ ਸਾਲਾਨਾ ਠੇਕਾ ਕਰਦੇ ਹਨ, ਠੀਕ ਹੈ, ਜੋ ਸਲਾਹਕਾਰ ਹੁੰਦੇ ਹਨ, ਜਾਂ ਫਿਰ ਇਹ ਹੋ ਸਕਦਾ ਹੈ ਕਿ ਅਗਰ ਕਿਸੇ ਨੇ ਵੀ ਮਤਲਬ ਸੋਚਦੇ ਹਾਂ ਕਿ ਕਿਸੇ ਨੇ ਕੋਈ ਟਰਿਪ ਇੰਜੋਏ ਕੀਤਾ, ਠੀਕ ਹੈ, ਸੋਚਿਆ, ਪਲਾਨ ਕੀਤਾ, ਅਸੀਂ ਆਪਣੇ ਦੋਸਤਾਂ ਨਾਲ ਕਰਦੇ ਹਾਂ ਜਾਂ ਮਤਲਬ ਫੈਮਿਲੀ ਮੈਂਬਰ ਨਾਲ ਕਰਦੇ ਹਾਂ, ਤਾਂ ਅਸੀਂ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਾਂਗੇ ਕਿ ਸਾਡੇ ਲਈ ਜੋ ਮਤਲਬ ਵਹੀਕਲ ਹੈ, ਮਤਲਬ ਅਸੀਂ ਵੀ ਧਿਆਨ ਰੱਖਾਂਗੇ, ਬਟ ਜੋ ਜਿਨ੍ਹਾਂ ਤੋਂ ਅਸੀਂ ਕੰਪਨੀ ਤੋਂ ਸਲਾਹ ਲੈ ਰਹੇ ਹਾਂ, ਜਿਨ੍ਹਾਂ ਦੇ ਥਰੂ ਅਸੀਂ ਪੈਕੇਜ ਦਾ ਪ੍ਰਬੰਧ ਕਰਵਾ ਰਹੇ ਹਾਂ, ਉਹਨਾਂ ਦੀ ਵੀ ਇਹ ਬਹੁਤ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਡੇ ਲਈ ਲਗਜ਼ਰੀ ਕਾਰ ਜਾਂ ਵਧੀਆ ਕਿਸੇ ਵਹੀਕਲ ਦਾ ਇੰਤਜ਼ਾਮ ਕਰਨ, ਤਾਂ ਕਿ ਸਾਨੂੰ ਕਿਸੇ ਵੀ ਸਮੇਂ ਘਰੋਂ ਜਾਣ ਸਮੇਂ, ਰਸਤੇ ਵਿੱਚ ਅਤੇ ਵਾਪਸ ਆਉਣ ਸਮੇਂ ਸਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਫਿਰ ਅੱਗੇ ਆ ਜਾਂਦਾ ਹੈ ਮਹਿੰਗੀਆਂ ਸੁਵਿਧਾਵਾਂ ਵਾਲੀ ਕੋਚ ਸੇਵਾ, ਲਗਜ਼ਰੀ ਕੋਚ ਸਰਵਿਸ। ਸਾਰੇ ਹੀ ਰਵਾਇਤੀ ਪੈਕੇਜ ਟੂਰਾਂ ਵਿੱਚ ਮਹਿੰਗੀਆਂ ਸੁਵਿਧਾਵਾਂ ਵਾਲੀਆਂ ਕੋਚ ਸੇਵਾਵਾਂ ਸ਼ਾਮਲ ਹੁੰਦੀਆਂ ਹਨ, ਬਸ਼ਰਤੇ ਕਿ ਇਹ ਇੱਕ ਸਮੂਹਿਕ ਯਾਤਰਾ ਹੋਵੇ। ਹਰੇਕ ਸੈਲਾਨੀ ਕੋਚ ਵਿੱਚ ਉੱਪਰ ਵੱਲ ਉੱਠੀਆਂ ਹੋਈਆਂ ਟੋਕਰੀਆਂ ਦੀ ਸੁਵਿਧਾਵਾਂ ਵਾਲੀਆਂ ਸੀਟਾਂ, ਖਿੜਕੀਆਂ ਲਈ ਸਫੈਦ ਸ਼ੀਸ਼ਾ, ਮਾਈਕਰੋਫੋਨ, ਵਾਤਾਕਲੂਨ ਅਤੇ ਰੈਫ੍ਰਿਜਰੇਟਰ ਦੀ ਸੁਵਿਧਾ ਨਾਲ ਲੋੜ ਅਨੁਸਾਰ ਪਰਿਵਰਤਨ
ਕੀਤਾ ਜਾਂਦਾ ਹੈ। ਉਦਾਹਰਨ ਲਈ KPN ਟਰੈਵਲਜ਼ ਦ੍ਰਿਸ਼ ਦੇਖਣ ਅਤੇ ਘੁੰਮਣ ਫਿਰਨ ਦੇ ਟ੍ਰਿਪਾਂ ਲਈ ਮਹਿੰਗੀਆਂ ਸੁਵਿਧਾਵਾਂ ਵਾਲੀਆਂ ਵਾਲਵੋ ਕੋਚ ਸੇਵਾਵਾਂ ਪ੍ਰਦਾਨ ਕਰਦੀ ਹੈ। ਸੋ ਦੇਖੋ, ਲਗਜ਼ਰੀ ਕੋਚ ਸਰਵਿਸ ਮਤਲਬ ਵੀ ਰਵਾਇਤੀ ਪੈਕੇਜ ਟੂਰਾਂ ਵਿੱਚ ਮਹਿੰਗੀਆਂ ਸੁਵਿਧਾਵਾਂ ਵਾਲੀਆਂ ਕੋਚ ਸੇਵਾਵਾਂ ਸ਼ਾਮਲ ਹੁੰਦੀਆਂ ਹਨ। ਮਤਲਬ ਇਹਦੇ ਵਿੱਚ ਕੀ ਹੁੰਦਾ ਕਿ ਮਤਲਬ ਅਸੀਂ ਲਗਜ਼ਰੀ ਕੋਚ ਸਰਵਿਸ ਮਤਲਬ ਜਿੱਦਾਂ ਹੁਣ ਅੱਜ ਕੱਲ੍ਹ ਦੇਖਦੇ ਹਾਂ ਅਸੀਂ ਕਿ ਵੋਲਵੋ ਜੋ ਬਹੁਤ ਜ਼ਿਆਦਾ ਚੱਲ ਰਹੀ ਹੈ, ਠੀਕ ਹੈ। ਮਤਲਬ ਵੀ ਹਰ ਇੱਕ ਚੀਜ਼ ਦੀ ਉਹਦੇ ਵਿੱਚ ਸਹੂਲਤ ਹੁੰਦੀ ਹੈ। ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ। ਅਸੀਂ ਬੇਫਿਕਰ ਹੋ ਕੇ ਉਸਦੇ ਵਿੱਚ ਆਪਣੇ ਸਾਥੀਆਂ ਨਾਲ ਜੋ ਟ੍ਰਿਪ ਆ, ਜੋ ਵੀ ਅਸੀਂ ਕਿਸੇ ਪਲਾਨ ਕੀਤਾ, ਅਸੀਂ ਆਪਣੀ ਫੈਮਿਲੀ ਨਾਲ ਜਾਂ ਅਸੀਂ ਕਿਸੇ ਸਟਾਫ ਨਾਲ ਕਰਦੇ ਹਾਂ, ਤਾਂ ਬੇਝਿਜਕ ਹੋ ਕੇ ਬੇਫਿਕਰ ਹੋ ਕੇ ਅਸੀਂ ਉਹਨਾਂ ਦੇ ਵਿੱਚ ਸਫ਼ਰ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਹੁੰਦੀਆਂ ਹਨ। ਇਹ ਵੀ ਇੱਕ ਟੂਰ ਪੈਕੇਜ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹਿੱਸਾ ਹੈ। ਫਿਰ ਅੱਗੇ ਆ ਜਾਂਦਾ ਹੈ ਸਮੁੰਦਰੀ ਜਹਾਜ਼ ਜਾਂ ਨਦੀ ਪਾਰ ਕਰਨ ਵਾਲੀ ਬੇੜੀ ਦੀਆਂ ਸੇਵਾਵਾਂ। ਕਰੂਜ਼ ਲਾਈਨਰਜ਼ ਆਪਣੇ ਆਪ ਹੀ ਸਰਬ ਸੰਮਿਲਿਤ ਪੈਕੇਜਾਂ ਨੂੰ ਵਧਾਉਂਦੇ ਜਾਂ ਉਤਸ਼ਾਹਿਤ ਕਰਦੇ ਹਨ, ਅਤੇ ਉਹ ਅਜਿਹਾ ਥੋਕ ਵਿਕਰੀ ਅਤੇ ਰਿਟੇਲ ਯਾਤਰਾ ਏਜੰਟ ਰਾਹੀਂ ਕਰਵਾਉਂਦੇ ਹਨ। ਉਹ ਇਸ ਵਿੱਚ ਕਮਰਾ, ਭੋਜਨ, ਪੇय ਪਦਾਰਥ, ਦ੍ਰਿਸ਼ ਦੇਖਣਾ, ਮਨ-ਪਰਚਾਵਾ, ਕੈਸੀਨੋ ਆਦਿ ਨੂੰ ਸ਼ਾਮਲ ਕਰਦੇ ਹਨ। ਜਹਾਜ਼ ਜਾਂ ਬੇੜੀ ਉੱਪਰ ਔਨ-ਬੋਰਡ ਪੈਕੇਜ ਟੂਰਾਂ ਵਿੱਚ ਬੇੜੀ ਸੰਚਾਲਕਾਂ ਦੀ ਸੇਵਾ ਵੀ ਸ਼ਾਮਲ ਹੈ, ਤਾਂ ਜੋ ਬਦਲਵੇਂ ਪ੍ਰਬੰਧ ਵਜੋਂ ਸੁਰੱਖਿਅਤ ਸਵਾਰੀ ਦੀ ਸੇਵਾ ਪ੍ਰਦਾਨ ਕੀਤੀ ਜਾ ਸਕੇ। ਉਦਾਹਰਨ ਲਈ ਦਾ ਰਾਇਲ ਵਰਗੋ ਕੰਪਨੀ ਮਹਿੰਗੀਆਂ ਸੁਵਿਧਾਵਾਂ ਵਾਲੇ ਕਰੂਜ਼ ਲਾਈਨਰਾਂ ਦਾ ਇਸਤੇਮਾਲ ਵੱਖ-ਵੱਖ ਦੇਸ਼ਾਂ ਲਈ ਉੱਚ ਸਮਰੱਥਾ ਜਾਂ ਬਜਟ ਵਾਲੇ ਸੈਲਾਨੀਆਂ ਲਈ ਕਰਦੀ ਹੈ। ਸੋ ਹੁਣ ਇਹ ਤਾਂ ਤੁਸੀਂ ਦੇਖੋ ਕਲੀਅਰ ਹੋ ਹੀ ਗਿਆ ਹੈ ਨਾ ਵੀ। ਸੋ ਮਤਲਬ ਇਸ ਦੇ ਵਿੱਚ ਵੀ ਮਤਲਬ ਕਰੂਜ਼ ਲਾਈਨਰ ਮਤਲਬ ਵੀ ਜੋ ਅਸੀਂ ਬੇੜੀ ਦਾ ਪ੍ਰਬੰਧ, ਸਮੁੰਦਰਾਂ ਦੇ ਵਿੱਚ ਬੇੜੀਆਂ ਦਾ ਪ੍ਰਬੰਧ ਹੁੰਦਾ, ਉਹਦੇ ਵਿੱਚ ਵੀ ਮਤਲਬ ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਰੱਖਿਆ ਜਾਵੇ। ਮਤਲਬ ਕਮਰਾ, ਭੋਜਨ, ਪੇय ਪਦਾਰਥ, ਹੈ ਨਾ, ਦ੍ਰਿਸ਼ ਦੇਖਣਾ, ਮਨ ਪਰਚਾਵਾ, ਕੈਸੀਨੋ, ਮਤਲਬ ਉਹਦੇ ਵਿੱਚ ਵੀ ਹਰ ਇੱਕ ਜਿਹੜੀ ਸਹੂਲਤ ਹੁੰਦੀ ਆ ਉਹ ਹੋਣੀ ਜ਼ਰੂਰੀ ਆ। ਇਹ ਵੀ ਇੱਕ ਟੂਰ ਪੈਕੇਜ ਦਾ ਬਹੁਤ ਮੇਨ ਹਿੱਸਾ ਹੁੰਦੀ ਆ। ਅਤੇ ਇਸ ਦਾ ਜੋ ਇੰਤਜ਼ਾਮ ਹੁੰਦਾ ਉਹ ਸਾਰਾ ਮਤਲਬ ਟੂਰ ਪੈਕੇਜ ਦੇ ਵਿੱਚ ਆ ਜਾਂਦਾ ਹੈ। ਗਤੀਵਿਧੀ ਸੇਵਾਵਾਂ। ਟੂਰ ਸੰਚਾਲਕ MICE ਸੰਚਾਲਕਾਂ ਦੀਆਂ ਸੇਵਾਵਾਂ ਵੱਖ-ਵੱਖ ਉਦੇਸ਼ਾਂ ਲਈ ਲੈਂਦੇ ਹਨ, ਜਿਵੇਂ ਕਿ ਸਥਾਨਾਂ ਜਾਂ ਵੈਨਿਊਜ਼ ਦੀ ਬੁਕਿੰਗ, ਭੋਜਨ, ਕਾਨਫਰੰਸ ਕਿਟਸ ਅਤੇ ਕਾਨਫਰੰਸ ਤੋਂ ਪਹਿਲਾਂ ਅਤੇ ਉਪਰੰਤ ਦ੍ਰਿਸ਼ ਦੇਖਣ ਸੰਬੰਧੀ ਕਾਰਜਕ੍ਰਮ। ਗਤੀਵਿਧੀ ਪ੍ਰਬੰਧਨ। ਕੰਪਨੀਆਂ ਪੈਕੇਜਾਂ ਦੀ ਵਿਕਰੀ ਕਰਨ ਹਿੱਤ ਟੂਰ ਦੇ ਥੋਕ ਵਿਕਰੇਤਾ ਦੀਆਂ ਨਿਯੁਕਤੀਆਂ ਕਰਦੀਆਂ ਹਨ। ਇਵੈਂਟ ਸਰਵਿਸ ਆ ਗਿਆ। ਫਿਰ ਅੱਗੇ ਆ ਜਾਂਦਾ ਹੈ, ਹੁਣ ਅਸੀਂ ਅੱਗੇ ਸਭ ਤੋਂ ਜੋ ਮੇਨ ਹੈ ਟੂਰ ਪੈਕੇਜ ਦੇ ਵਿੱਚ ਉਹ ਹੈ ਬੀਮਾ, ਮਤਲਬ ਇੰਸ਼ੋਰੈਂਸ। ਟੂਰ ਪੈਕੇਜਾਂ ਦਾ ਬੀਮਾ ਕੀਤਾ ਗਿਆ ਹੁੰਦਾ ਹੈ ਤਾਂ ਜੋ ਰੱਦ ਹੋਣ ਦੀ ਸੂਰਤ ਵਿੱਚ ਟੂਰ ਸੰਚਾਲਕਾਂ ਅਤੇ ਮਹਿਮਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਸਿਹਤ ਅਤੇ ਸਮਾਨ ਸੰਬੰਧੀ ਬੀਮਾ ਪੈਕੇਜ ਟੂਰ ਵਿੱਚ ਸ਼ਾਮਲ ਹੁੰਦੇ, ਉਦਾਹਰਨ ਲਈ ਬਜਾਜ ਅਲਾਇੰਸ ਅਤੇ ਟਾਟਾ ਤੇ IG ਵੱਲੋਂ ਭਾਰਤੀ ਯਾਤਰਾ ਦੀ ਵਿਦੇਸ਼ ਜਾਂ ਬਾਹਰ ਜਾਣ ਵਾਲੀ ਯਾਤਰਾ ਲਈ ਯਾਤਰਾ ਬੀਮੇ ਵਿੱਚ ਲੋੜ ਅਨੁਸਾਰ ਪਰਿਵਰਤਨ ਕੀਤਾ ਗਿਆ ਹੈ। ਸੋ ਦੇਖੋ, ਟੂਰ ਪੈਕੇਜਾਂ ਦਾ ਜੋ ਬੀਮਾ ਕੀਤਾ ਗਿਆ ਹੁੰਦਾ ਹੈ ਨਾ, ਸੋ ਰੱਦ ਹੋਣ ਦੀ ਸੂਰਤ ਵਿੱਚ ਟੂਰ ਸੰਚਾਲਕਾਂ ਅਤੇ ਮਹਿਮਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਮੰਨ ਲਓ ਜੇ ਅਗਰ ਕੋਈ ਵੀ ਪਲਾਨ ਕੈਂਸਲ ਹੁੰਦਾ ਹੈ ਤਾਂ ਜੋ ਉਹਨਾਂ ਦਾ ਜੋ ਵੀ ਖਰਚਾ ਹੁੰਦਾ ਤਾਂ ਉਹ ਉਹਨਾਂ ਨੂੰ ਵਾਪਸ ਕੀਤਾ ਜਾਂਦਾ ਹੈ ਇੰਸ਼ੋਰੈਂਸ ਦੇ ਥਰੂ। ਉਦਾਹਰਨ ਵਜੋਂ ਜਿੱਦਾਂ ਹੁਣ ਬਜਾਜ ਅਲਾਇੰਸ ਅਤੇ ਟਾਟਾ IG ਅਤੇ ਭਾਰਤੀ ਯਾਤਰਾ ਦੀ ਵਿਦੇਸ਼ ਜਾਂ ਬਾਹਰ ਜਾਣ ਵਾਲੀ ਯਾਤਰਾ ਲਈ ਯਾਤਰਾ ਬੀਮੇ ਵਿੱਚ ਲੋੜ ਅਨੁਸਾਰ ਪਰਿਵਰਤਨ ਕੀਤਾ ਗਿਆ ਹੈ। ਇਹ ਦੇਖੋ ਮਤਲਬ ਇੰਸ਼ੋਰੈਂਸ ਕੰਪਨੀਆਂ ਨੇ ਜਿਨ੍ਹਾਂ ਦੇ ਥਰੂ ਮਤਲਬ ਜੋ ਇੰਸ਼ੋਰੈਂਸ ਕੀਤਾ ਜਾਂਦਾ ਹੈਗਾ। ਫਿਰ ਅੱਗੇ ਆ ਜਾਂਦਾ ਹੈ ਮੈਦਾਨੀ
ਦੇਖ ਰੇਖ ਸੇਵਾਵਾਂ, ਗਰਾਊਂਡ ਬੈਂਡਲਿੰਗ ਸਰਵਿਸ, ਗਰਾਊਂਡ ਬੈਂਡਲਿੰਗ ਸਰਵਿਸ। ਮਹਿੰਗੀਆਂ ਸੁਵਿਧਾਵਾਂ ਵਾਲੀਆਂ ਕਾਰਾਂ ਅਤੇ ਕੋਚਾਂ ਦੇ ਪ੍ਰਬੰਧ ਤੋਂ ਇਲਾਵਾ ਪੈਕੇਜ ਟੂਰ ਵਿੱਚ ਇੱਕ ਹੋਰ ਸੇਵਾਵਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਮਾਰਗਦਰਸ਼ਕ, ਭਾਸ਼ਾ ਅਨੁਵਾਦਕ, ਪ੍ਰਵੇਸ਼ ਫੀਸ, ਬਦਲੀ ਅਤੇ ਛੱਡਣ ਮਤਲਬ ਟਰਾਂਸਫਰ ਐਂਡ ਲੂਪ ਦੀਆਂ ਸੇਵਾਵਾਂ। ਜਿੱਦਾਂ ਹੁਣ ਮੈਦਾਨੀ ਦੇਖ ਰੇਖ ਸੇਵਾਵਾਂ, ਗਰਾਊਂਡ ਬੈਂਡਲਿੰਗ ਸਰਵਿਸ। ਮਹਿੰਗੀਆਂ ਸੁਵਿਧਾਵਾਂ ਵਾਲੀਆਂ ਕਾਰਾਂ ਅਤੇ ਕੋਚਾਂ, ਦੇਖੋ ਹੁਣ ਅਸੀਂ ਪਿੱਛੇ ਸਾਰੇ ਟੌਪਿਕਾਂ ਦੇ ਵਿੱਚ ਇਹ ਚੀਜ਼ ਪੜ੍ਹੀ ਆ ਕਿ ਕੀ ਸੁਵਿਧਾਵਾਂ ਟੂਰ ਪੈਕੇਜਾਂ ਦੇ ਵਿੱਚ ਆਉਂਦੀਆਂ ਨੇ, ਹੈ ਨਾ, ਜਿਹਦੇ ਵਿੱਚ ਮਤਲਬ ਟੂਰ ਪੈਕੇਜ ਦਾ ਕੀ ਮਹੱਤਵਪੂਰਨ ਹਿੱਸਾ ਗਾ, ਉਹ ਸਭ ਕੁਛ ਅਸੀਂ ਹੁਣ ਤੱਕ ਡਿਟੇਲ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਪਿੱਛੇ ਸਾਰੇ ਟੌਪਿਕਾਂ ਦੇ ਵਿੱਚ ਲਗਭਗ ਪੜ੍ਹ ਆਏ ਹਾਂ। ਪਰ ਮਤਲਬ ਮਹਿੰਗੀਆਂ ਸੁਵਿਧਾਵਾਂ ਵਾਲੀਆਂ ਕਾਰਾਂ ਦੇ ਨਾਲ ਕੋਚਾਂ ਦੇ ਪ੍ਰਬੰਧ ਤੋਂ ਇਲਾਵਾ ਟੂਰ ਪੈਕੇਜ ਵਿੱਚ ਇੱਕ ਹੋਰ ਸੇਵਾਵਾਂ ਵੀ ਮਤਲਬ ਸ਼ਾਮਲ ਹੁੰਦੀ ਹੈ, ਜਿਵੇਂ ਮਤਲਬ ਮਾਰਗਦਰਸ਼ਨ। ਅਸੀਂ ਕਿਤੇ ਵੀ ਜਾਂਦੇ ਹਾਂ, ਕੋਈ ਦਰਸ਼ਨ ਮਤਲਬ ਅਸੀਂ ਸੋਚਦੇ ਹਾਂ ਕਿ ਮਾਰਗਦਰਸ਼ਕ, ਹੈ ਨਾ, ਭਾਸ਼ਾ ਅਨੁਵਾਦਕ। ਕਈ ਵਾਰ ਅਸੀਂ ਕਿਸੇ ਇਹੋ ਜਿਹੀ ਮਤਲਬ ਜਗ੍ਹਾ 'ਤੇ ਜਾਂਦੇ ਹਾਂ ਜਿੱਥੋਂ ਸਾਡੀ ਬੋਲੀ ਹੋਰ ਮਤਲਬ ਸਾਡੀ ਜੋ ਮਾਤ ਭਾਸ਼ਾ ਹੁੰਦੀ ਹੈ ਸਾਨੂੰ ਕਈ ਵਾਰ ਨਹੀਂ ਸਮਝ ਲੱਗਦੀ, ਪਰ ਉੱਥੋਂ ਦੀ ਜੋ ਲਿਖੀ ਹੁੰਦੀ ਆ, ਕੋਈ ਹਿਸਟੋਰੀਕਲ ਚੀਜ਼ ਦੇਖਦੇ ਹਾਂ ਅਸੀਂ, ਉੱਥੇ ਜੋ ਉਹਨਾਂ ਦੀ ਭਾਸ਼ਾ ਹੁੰਦੀ ਆ ਉਹ ਅਲੱਗ ਹੁੰਦੀ ਆ, ਬਟ ਸਾਡੇ ਸਮਝ ਦੇ ਵਿੱਚ ਨਹੀਂ ਆਉਂਦੀ, ਤਾਂ ਉੱਥੇ ਮਤਲਬ ਭਾਸ਼ਾ ਅਨੁਵਾਦਕ ਉਹਨਾਂ ਦਾ ਵੀ ਪ੍ਰਬੰਧ ਹੁੰਦਾ ਹੈ। ਪ੍ਰਵੇਸ਼ ਫੀਸ ਤੋਂ ਇਲਾਵਾ ਬਦਲੀ ਛੱਡਣ ਮਤਲਬ ਟਰਾਂਸਫਰ ਅਤੇ ਲੂਪ ਤੱਕ ਦਾ ਹਰ ਇੱਕ ਚੀਜ਼ ਦੀਆਂ ਜਿਹੜੀਆਂ ਸੇਵਾਵਾਂ ਉਹ ਇਹਦੇ ਵਿੱਚ ਆ ਜਾਂਦੀਆਂ ਹਨ। ਫਿਰ ਅੱਗੇ ਆ ਜਾਂਦਾ ਹੈ ਫੁਟਕਲ ਸੇਵਾਵਾਂ। ਇਸ ਸੇਵਾ ਵਿੱਚ ਸ਼ਾਮਲ ਹੈ ਏਅਰਪੋਰਟਾਂ ਅਤੇ ਰੇਲਵੇ ਸਟੇਸ਼ਨਾਂ ਉੱਪਰ ਕੁਲੀ ਦੀ ਮੌਜੂਦਗੀ, ਮਾਰਗਦਰਸ਼ਕਾਂ ਨੂੰ ਟਿਪਸ, ਅਨੁਵਾਦਕ ਅਤੇ ਕਮਰੇ ਦੇ ਸੇਵਾਦਾਰ, ਪ੍ਰਵੇਸ਼ ਫੀਸ, ਉਪਹਾਰ ਅਤੇ ਸਵਾਗਤੀ ਰਾਤਰੀ ਭੋਜਨ। ਫੁਟਕਲ ਸੇਵਾਵਾਂ ਮਤਲਬ ਇਹਦੇ ਵਿੱਚ ਵੀ ਦੇਖੋ ਇਹ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਏਅਰਪੋਰਟਾਂ ਅਤੇ ਰੇਲਵੇ ਸਟੇਸ਼ਨਾਂ ਉੱਪਰ ਜੋ ਮੌਜੂਦ ਕੁਲੀ ਹੁੰਦੇ ਹਨ, ਮਾਰਗਦਰਸ਼ਕਾਂ ਨੂੰ ਟਿਪਸ ਅਤੇ ਅਨੁਵਾਦਕ ਅਤੇ ਕਮਰੇ ਦੇ ਸੇਵਾਦਾਰ, ਪ੍ਰਵੇਸ਼ ਫੀਸ, ਉਪਹਾਰ ਅਤੇ ਸਵਾਗਤੀ ਰਾਤਰੀ ਭੋਜਨ, ਇਹ ਸਭ ਟੂਰ ਪੈਕੇਜ ਦੇ ਵਿੱਚ ਮਤਲਬ ਸ਼ਾਮਲ ਹੁੰਦੇ ਹਨ। ਸੋ ਜੋ ਹੁਣ ਤੱਕ ਅਸੀਂ ਪੜ੍ਹਿਆ ਹੈ ਉਹ ਹੈ ਟੂਰ ਪੈਕੇਜ, ਠੀਕ ਹੈ। ਟੂਰ ਪੈਕੇਜ ਦੇ ਹਿੱਸੇ, ਟੂਰ ਪੈਕੇਜ ਦੇ ਵਿੱਚ ਕੀ ਪ੍ਰਬੰਧ ਹੁੰਦੇ ਹਨ, ਮਤਲਬ ਜੋ ਮਤਲਬ ਵੀ ਕੰਪਨੀਆਂ ਹੁੰਦੀਆਂ ਹਨ, ਜਿੱਦਾਂ ਟੂਰ ਕੰਪਨੀਆਂ, ਟਰੈਵਲ ਕੰਪਨੀਜ਼ ਹੁੰਦੀਆਂ ਹਨ, ਉਹ ਸਾਡੇ ਲਈ ਪੈਕੇਜ ਨਿਰਧਾਰਿਤ ਕਰਦੇ ਹਨ। ਪੈਕੇਜ ਦੇ ਵਿੱਚ ਕੀ ਸਹੂਲਤਾਂ ਹੁੰਦੀਆਂ ਹਨ, ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ। ਉਹ ਅਸੀਂ ਇਸ ਟੌਪਿਕ ਦੇ ਵਿੱਚ ਕਿ ਟੂਰ ਪੈਕੇਜ ਦੇ ਕੀ ਹਿੱਸੇ ਹਨ, ਹਿੱਸਿਆਂ ਬਾਰੇ ਹੁਣ ਤੱਕ ਅਸੀਂ ਪੂਰੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ। ਹੁਣ ਇਸ ਦੇ ਵਿੱਚ ਮਤਲਬ ਅਸੀਂ ਦੁਬਾਰਾ ਤੋਂ ਦੇਖਿਆ ਜਾਵੇ, ਦੇਖੋ ਤੁਹਾਨੂੰ ਦੁਬਾਰਾ ਰਿਵਾਈਜ਼ ਕਰਾ ਦਈਏ, ਹੈ ਨਾ। ਰਹਿਣ ਜਾਂ ਠਹਿਰਣ ਦੀ ਸੁਵਿਧਾ, ਉਸ ਤੋਂ ਅੱਗੇ ਆ ਜਾਂਦਾ ਹੈ ਦ੍ਰਿਸ਼ ਦੇਖਣ ਸੰਬੰਧੀ ਟੂਰ, ਸਾਈਟ ਸੀਇੰਗ ਟੂਰ। ਫਿਰ ਅੱਗੇ ਆ ਜਾਂਦਾ ਹੈ ਏਅਰਲਾਈਨਾਂ, ਇਹ ਵੀ ਅਸੀਂ ਟੌਪਿਕ ਕਲੀਅਰ ਕਰ ਲਿਆ ਹੈ। ਫਿਰ ਅੱਗੇ ਆ ਜਾਂਦਾ ਹੈ ਰੇਲਵੇ, ਕਿ ਰੇਲਵੇ ਟੂਰ ਪੈਕੇਜ ਦੇ ਵਿੱਚ ਰੇਲਵੇ ਕਿਵੇਂ ਮਹੱਤਵਪੂਰਨ ਹੁੰਦੀ ਹੈ, ਸਾਰਾ ਕੁਛ ਅਸੀਂ ਤੁਹਾਨੂੰ ਦੁਬਾਰੇ ਦੱਸ ਚੁੱਕੇ ਹਾਂ। ਕਾਰ ਕਿਰਾਇਆ ਸੁਵਿਧਾ ਮਤਲਬ ਕਾਰ ਰੈਂਟਲ ਸਰਵਿਸ। ਫਿਰ ਅੱਗੇ ਆ ਜਾਂਦਾ ਹੈ ਮਹਿੰਗੀਆਂ ਸੁਵਿਧਾਵਾਂ ਵਾਲੀ ਕੋਚ ਸੇਵਾ। ਫਿਰ ਅੱਗੇ ਅਸੀਂ ਲਗਜ਼ਰੀ ਕੋਚ ਸਰਵਿਸ ਬਾਰੇ ਵੀ ਤੁਹਾਨੂੰ ਦੱਸ ਚੁੱਕੇ ਹਾਂ ਬੜੇ ਡੀਪਲੀ। ਫਿਰ ਇਸ ਤੋਂ ਬਾਅਦ ਸਮੁੰਦਰੀ ਜਹਾਜ਼ ਜਾਂ ਨਦੀ ਪਾਰ ਕਰਨ ਵਾਲੀ ਬੇੜੀ ਦੀਆਂ ਸੇਵਾਵਾਂ, ਮਤਲਬ ਕਈ ਵਾਰ ਜਦੋਂ ਅਸੀਂ ਕਿਤੇ ਜਾਂਦੇ ਹਾਂ, ਕਈ ਵਾਰ ਕੋਈ ਜਗ੍ਹਾ ਸਮੁੰਦਰ ਦੇ ਵਿੱਚ ਅਸੀਂ ਕੋਈ ਬੀਚ 'ਤੇ ਕਿਤੇ ਵੀ ਕਈ ਵਾਰ ਕੋਈ ਅਸੀਂ ਪਲਾਨ ਕਰਦੇ ਹਾਂ, ਪਰ ਉੱਥੇ ਸਾਨੂੰ ਜਿੱਥੇ ਕਿ ਕਾਰ ਗੱਡੀ, ਰੇਲ ਗੱਡੀ, ਜਹਾਜ਼ ਨਹੀਂ ਜਾ ਸਕਦਾ, ਏਅਰਲਾਈਨ, ਹੈ ਨਾ। ਸੋ ਉੱਥੇ ਸਾਨੂੰ ਇੱਕ ਬੇੜੀ ਦੀ ਲੋੜ ਪੈਂਦੀ ਹੈ, ਤਾਂ ਉਸ ਦਾ ਪ੍ਰਬੰਧ ਵੀ ਜਿਹੜਾ ਟੂਰ ਪੈਕੇਜ ਦੇ ਵਿੱਚ ਕੀਤਾ ਜਾਂਦਾ, ਮਤਲਬ ਹਰ ਤਰ੍ਹਾਂ ਦੀ ਸਹੂਲਤ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ। ਫਿਰ ਅੱਗੇ ਆ ਜਾਂਦਾ ਹੈ ਗਤੀਵਿਧੀਆਂ ਸੇਵਾਵਾਂ, ਈਵੈਂਟ ਸਰਵਿਸਿਜ਼। ਫਿਰ ਅੱਗੇ ਆ ਜਾਂਦਾ ਬੀਮਾ, ਜੋ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਹਿੱਸਾ ਗਾ ਟੂਰ ਪੈਕੇਜ ਦਾ, ਬੀਮਾ ਇੰਸ਼ੋਰੈਂਸ। ਫਿਰ ਅੱਗੇ ਆ ਜਾਂਦਾ ਮੈਦਾਨੀ ਦੇਖ ਰੇਖ ਸੇਵਾਵਾਂ, ਗਰਾਊਂਡ ਬੈਂਡਲਿੰਗ ਸਰਵਿਸ। ਫਿਰ ਅੱਗੇ ਆ ਜਾਂਦਾ ਹੈ ਲਾਸਟ ਦੇ ਵਿੱਚ ਆ ਜਾਂਦਾ ਫੁਟਕਲ ਸੇਵਾਵਾਂ, ਜਿਹਦੇ ਵਿੱਚ ਅਸੀਂ ਲਗਭਗ ਦੇਖ ਹੀ ਚੁੱਕੇ ਹਾਂ। ਇਸ ਸੇਵਾ ਵਿੱਚ ਸ਼ਾਮਿਲ ਹੈ ਏਅਰਪੋਰਟਾਂ ਅਤੇ ਰੇਲਵੇ ਸਟੇਸ਼ਨਾਂ ਉੱਪਰ ਜੋ ਕੁਲੀ ਦੀ ਮੌਜੂਦਗੀ ਹੁੰਦੀ ਹੈ, ਮਾਰਗਦਰਸ਼ਕਾਂ ਨੂੰ ਟਿਪਸ,
ਅਨੁਵਾਦਕ ਅਤੇ ਕਮਰੇ ਦੇ ਸੇਵਾਦਾਰ, ਪ੍ਰਵੇਸ਼ ਫੀਸ, ਉਪਹਾਰ ਅਤੇ ਸਵਾਗਤੀ, ਰਾਤਰੀ ਭੋਜਨ। ਸੋ ਇਹ ਸਾਰੇ ਜਿਹੜੇ ਸੀਗੇ ਇਹ ਸਭ ਟੂਰ ਪੈਕੇਜ ਦੇ ਬਹੁਤ ਜ਼ਿਆਦਾ ਮਹੱਤਵਪੂਰਨ ਹਿੱਸੇ ਸੀਗੇ। ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਟੌਪਿਕ ਬੜੇ ਵਧੀਆ ਤਰੀਕੇ ਨਾਲ ਸਮਝ ਆਇਆ ਹੋਊਗਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।